ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਲੀਗਲੀ ਇਹਦਾ ਬਣਦਾ ਸੀ ਇਹਦੀ ਐਫ ਆਈ ਆਰ ਦਰਜ ਹੋ ਜਾਂਦੀ। ਇਹ ਭਾਈ ਹੁਣਾਂ ਦੀ ਆਪਣੀ ਸ਼ਾਦੀशुदा ਨੇ ਤੇ ਦੋ ਬੱਚੇ ਵੀ ਨੇ। ਫੈਸਲਾਬਾਦ ਥਾਣਾ ਸਮਨਾਬਾਦ ਦੇ ਇਲਾਕੇ ਦੇ ਵਿੱਚ ਰਾਹ ਜਾਂਦੀ ਕੁੜੀ ਨੂੰ ਛੇੜਨ ਵਾਲਾ ਮੁਲਜ਼ਮ ਗ੍ਰਿਫਤਾਰ। ਮੈਂ ਆ ਮੌਜ਼ਮ ਜੱਟ ਤੇ ਤੁਸੀਂ ਵੇਖ ਰਹੇ ਹੋ ਜੁਰਮ ਕਹਾਣੀ। ਅੱਜ ਦੀ ਕਹਾਣੀ ਦੇ ਵਿੱਚ ਫੈਸਲਾਬਾਦ ਦੇ ਵਿੱਚ ਦੋ ਹਰਾਸਮੈਂਟ ਦੇ ਵਾਕਿਆਤ ਪੇਸ਼ ਆਏ ਨੇ। ਰਾਹ ਜਾਂਦੀਆਂ ਕੁੜੀਆਂ ਨੂੰ ਛੇੜਨ ਵਾਲੇ ਦੋ ਮੁਲਜ਼ਮ ਸੀਗੇ ਜਿਹੜੇ ਕਿ ਦੋਵੇਂ ਗ੍ਰਿਫਤਾਰ ਹੋ ਗਏ ਸੀਗੇ। ਇੱਕ ਪਹਿਲੇ ਗ੍ਰਿਫਤਾਰ ਹੋਇਆ ਸੀ, ਦੂਸਰਾ ਮੁਲਜ਼ਮ ਕਿੰਜ ਗ੍ਰਿਫਤਾਰ ਹੋਇਆ। ਅੱਜ ਅਸੀਂ ਪਹੁੰਚੇ ਹਾਂ ਥਾਣਾ ਫੈਕਟਰੀ ਏਰੀਆ ਦੇ ਵਿੱਚ। ਐਸਐਚਓ ਨਾਲ ਗੱਲਬਾਤ ਕਰਾਂਗੇ ਕਿ ਮੁਲਜ਼ਮ ਨੂੰ ਤੁਸੀਂ ਗ੍ਰਿਫਤਾਰ ਕਿੰਜ ਕੀਤਾ ਔਰ ਵਾਕਈ ਇਹ ਉਹੀ ਮੁਲਜ਼ਮ ਸੀ ਜਿਨਨੇ ਉਸ ਕੁੜੀ ਨੂੰ ਹਰਾਸ ਕੀਤਾ ਸੀਗਾ ਜਾਂ ਕੋਈ ਹੋਰ। ਸਮਨਾਬਾਦ ਦੇ ਇਲਾਕੇ ਦੇ ਵਿੱਚ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਜਿਹਦੇ ਵਿੱਚ ਇੱਕ ਰਾਹਗੀਰ ਮੋਟਰਸਾਈਕਲ ਤੇ ਆਂਦਾ ਔਰ ਇੱਕ ਖਾਤੂਨ ਨਾਲ ਗਲਤ ਹਰਕਤ ਕਰਕੇ ਉੱਥੋਂ ਨੱਸ ਜਾਂਦਾ ਹੈ। ਪੁਲਿਸ ਕਿਸ ਤਰ੍ਹਾਂ ਇਸ ਮੁਲਜ਼ਮ ਤੱਕ ਪਹੁੰਚਦੀ ਹੈ ਔਰ ਕਿਸ ਤਰ੍ਹਾਂ ਸਾਰੀ ਕਾਨੂੰਨੀ ਕਾਰਵਾਈ ਹੁੰਦੀ ਹੈ ਤੇ ਪੁਲਿਸ ਨੂੰ ਕਿਵੇਂ ਪਤਾ ਚੱਲਦਾ ਹੈ ਕਿ ਮੁਲਜ਼ਮ ਕਿੱਥੇ ਦਾ ਰਹਿਣ ਵਾਲਾ ਹੈ ਔਰ ਮੁਲਜ਼ਮ ਨੂੰ ਫੜ ਕੇ ਲਿਆਂਦੀ ਹੈ। ਸਾਡੇ ਨਾਲ ਮੌਜੂਦ ਨੇ ਫੈਕਟਰੀ ਏਰੀਆ ਦੇ ਐਸਐਚਓ ਰਾਣਾ ਮਗਫੂਰ। ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਹਾਂ ਕਿੱਥੇ ਤੱਕ ਕੇਸ ਪਹੁੰਚੇ ਤੇ ਕਿੱਦਾਂ ਇਹਨਾਂ ਨੇ ਮੁਲਜ਼ਮ ਤੱਕ ਪਹੁੰਚੇ। अस्सलाम वालेकुम मगफूर भाई। ਜੀ ਵਾਲੇਕੁਮ अस्सलाम। ਮਗਫੂਰ ਭਾਈ, ਕੇਸ ਤੇ ਬੜਾ ਅਫਸੋਸਨਾਕ ਹੈ ਔਰ ਬੜੀ ਘਟੀਆ ਹਰਕਤ ਇਸ ਮੁਲਜ਼ਮ ਨੇ ਕੀਤੀ ਹੈ ਤੇ ਤੁਸੀਂ ਕਿੱਦਾਂ ਇਸ ਮੁਲਜ਼ਮ ਤੱਕ ਪਹੁੰਚੇ ਜੇ ਵੀਡੀਓ ਤੁਹਾਡੇ ਕੋਲ ਆਂਦੀ ਉਸ ਤੋਂ ਬਾਅਦ ਕੀ ਸਾਰੀ ਕਹਾਣੀ ਸ਼ੁਰੂ ਹੁੰਦੀ? ਜੀ ਇਹ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਲੀਗਲੀ ਇਹਦਾ ਬਣਦਾ ਸੀ ਇਹਦੀ ਐਫ ਆਈ ਆਰ ਦਰਜ ਹੋ ਜਾਂਦੀ। ਉਸ ਤੋਂ ਬਾਅਦ ਸੀਪੀਓ ਸਾਹਿਬ ਇਹਦਾ ਨੋਟਿਸ ਲੈਂਦੇ ਨੇ ਸੀਨੀਅਰ ਅਫਸਰਾਂ ਦੇ ਹੁਕਮ ਤੇ। ਸੀਪੀਓ ਸਾਹਿਬ ਵੈਸੇ ਵੀ ਇਹ ਜਿਹੜੇ ਇਸ ਕਿਸਮ ਦੇ ਵਾਕਿਆਤ ਉੱਤੇ ਬਿਲਕੁਲ ਜ਼ੀਰੋ ਟੋਲਰੈਂਸ ਹੈ, ਯਾਨੀ ਉਹ ਇਸ ਤਰ੍ਹਾਂ ਉਹਨੂੰ ਲੈਂਦੇ ਨੇ ਜਿੱਦਾਂ ਉਹਨਾਂ ਦੇ ਕੋਈ ਜ਼ਾਤੀ ਤੌਰ ਤੇ ਉਹਨਾਂ ਦੇ ਨਾਲ ਇਹ ਵਕੂਆ ਹੋ ਗਿਆ ਹੁੰਦਾ, ਯਾਨੀ ਉਹ ਉਹਨਾਂ ਬੱਚੀਆਂ ਨੂੰ ਇਸੇ ਤਰ੍ਹਾਂ ਹੀ ਸਮਝਦੇ ਜਿਸ ਤਰ੍ਹਾਂ ਸਾਡੀਆਂ ਆਪਣੀਆਂ ਬੱਚੀਆਂ ਨੇ। ਉਹਨਾਂ ਨੇ ਤੇ ਫੌਰੀ ਤਸ਼ਕੀਲ ਦਿੱਤੀ ਇੱਕ ਟੀਮ ਜਿਸ 'ਚ ਐਸਐਚਓ ਸਮਨਾਬਾਦ ਵੀ ਸੀ, ਅਸੀਂ ਵੀ ਸੀ ਨਾਲ। ਇਹ ਸਾਰੇ ਜਿਹੜੇ ਲੜਕੇ ਨੇ ਇਹ ਸਾਰੇ ਉਸ ਟੀਮ ਦੇ ਮੈਂਬਰਾਂ ਸੀ। ਅਸੀਂ ਉਹਦੇ ਉੱਤੇ ਦੋ ਤਰਫਾ ਕੰਮ ਕਰਨਾ ਸ਼ੁਰੂ ਕਰਤਾ, ਇੱਕ ਫਾਰਵਰਡ ਟਰੈਕ ਸ਼ੁਰੂ ਕਰਤਾ, ਬੈਕਵਰਡ ਟਰੈਕ ਸ਼ੁਰੂ ਕਰਤਾ। ਉੱਤੇ ਅਸੀਂ ਬੈਕਵਰਡ ਟਰੈਕ ਦੇ ਵਿੱਚ ਕੈਮਰਾ ਟੂ ਕੈਮਰਾ ਫਿਰਦੇ ਅਸੀਂ ਬਹੁਤ ਦੂਰ ਤੱਕ ਨਿਕਲ ਗਏ। ਈਵਨ ਇੰਨੀ ਦੂਰ ਤੱਕ ਚਲੇ ਗਏ ਕਿ ਉੱਥੇ ਕੈਮਰਾਜ਼ ਮਿਲਣੇ ਬੰਦ ਹੋ ਗਏ। ਮਤਲਬ ਇੱਕ ਬੈਕਵਰਡ ਇਲਾਕਾ ਆ ਗਿਆ ਜਿਹੜਾ ਕਿ ਇੱਕ ਗਾਉਂ 225 ਮਲਕਾਂ ਵਾਲਾ, ਉਹਦੀ ਅੱਗੇ ਇੱਕ ਇਜ਼ਾਫੀ ਆਬਾਦੀ ਸੀ, ਉਹ 'ਚ ਕੈਮਰਾਜ਼ ਤੇ ਹੈ ਨਹੀਂ ਸੀ। ਲੇਕਿਨ ਸਾਨੂੰ ਇੰਨਾ ਪਤਾ ਲੱਗ ਗਿਆ ਕਿ ਇਸ ਮੁਲਜ਼ਮ ਦਾ ਇਸੇ ਹੀ ਟੈਰੀਟਰੀ 'ਚ ਇਸੇ ਫੈਸਿਲਿਟੀ ਦੇ ਵਿੱਚ ਹੀ ਉਹਦੀ ਕਿਤੇ ਰਿਹਾਇਸ਼ ਆ ਜਾਂ ਉਹਦਾ ਕੰਮ ਆ, ਕਿਉਂਕਿ ਉਹ ਟਰੈਕ ਦੇ ਮੁਤਾਬਿਕ ਉਹ ਉੱਥੇ ਜਾਂ ਉੱਥੋਂ ਨਿਕਲ ਰਿਹਾ ਸੀ ਜਾਂ ਉੱਥੇ ਵਾਪਸ ਆ ਰਿਹਾ ਸੀ। ਫਿਰ ਅਸੀਂ ਉਹਨੂੰ ਮਜ਼ੀਦ ਇਨਸ਼ੋਰ ਕਰਨ ਵਾਸਤੇ ਪਿਛਲੇ 2 ਦਿਨ ਦੀ ਐਕਟੀਵਿਟੀ ਵੀ ਦੇਖੀ ਉੱਥੇ ਹੀ। ਉਹਦੀ ਫਿਰ ਲੋਕੇਸ਼ਨ ਨਜ਼ਰ ਆਈ, ਉਹਦਾ ਟਾਈਮ ਸੀ ਉਹੀ ਸਵੇਰ ਕੋਈ 8 ਤੋਂ ਲੈ ਕੇ 9 ਦੇ ਦਰਮਿਆਨ। ਉਹ ਸਾਨੂੰ ਫਿਰ ਉੱਥੋਂ ਅਸੀਂ ਇੰਨਾ ਕੁ ਅਪੇਰੈਂਟਲੀ ਅਜ਼ਿਊਮ ਕਰ ਲਿਆ ਕਿ ਜਾਂ ਕੰਮ ਤੋਂ ਫਾਰਗ ਹੋ ਕੇ ਕਿਤੇ ਜਾਂਦਾ ਵਾ ਜਾਂ ਇੱਥੋਂ ਨਿਕਲ ਕੇ ਕਿਤੇ ਕੰਮ ਤੇ ਜਾ ਰਿਹਾ। ਤੇ ਅਸੀਂ ਫਿਰ ਫਿਜ਼ੀਕਲੀ ਇਹ ਬੱਚਿਆਂ ਨੇ ਬੜੀ ਮਿਹਨਤ ਕੀਤੀ, ਮਤਲਬ ਇਹਨਾਂ ਨੇ ਜਿੰਨਾ ਇਹ 'ਚ ਕੋਈ ਹੱਕ ਬਣਦਾ ਸੀ ਉਹ ਇਹਨਾਂ ਨੇ ਪੂਰਾ ਹੱਕ ਅਦਾ ਕੀਤਾ। ਇਹਨਾਂ ਨੇ ਫਿਜ਼ੀਕਲੀ ਉੱਥੇ ਫਿਰ ਕੇ ਵੀ ਲੋਕਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਇਸ ਮੁਲਜ਼ਮ ਦੇ ਬਾਰੇ ਕੋਈ ਇਨਫੋਰਮੇਸ਼ਨ। ਉਹ ਪਤਾ ਨਹੀਂ ਲੋਕ ਇੱਕ ਚੱਲਦੇ ਹੋਏ ਕੈਮਰੇ 'ਚ ਤੁਹਾਡੀ ਫੁਟੇਜ ਆਵੇ ਤੇ ਉਹ ਐਡੀ ਕਾਬਲੇ ਸ਼ਨਾਖਤ ਨਹੀਂ ਹੁੰਦੀ, ਜਾਂ ਲੋਕ ਸਾਥ ਵੀ ਦਿੰਦੇ ਨੇ ਕਿ ਯਾਰ ਇਹ ਤਾਂ ਸਾਡਾ ਮਹੱਲੇਦਾਰ ਹੈ, ਇਹ ਪੁਲਿਸ ਵਾਲੇ ਪਤਾ ਨਹੀਂ ਕਿੱਥੋਂ ਆਏ ਨੇ। ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ ਸੀ। ਫਿਰ ਇਹਨਾਂ ਨੇ ਫਿਜ਼ੀਕਲੀ ਜਾ ਕੇ ਉੱਥੇ 7 ਵਜੇ ਬੈਠ ਕੇ ਉਸੇ ਟਰੈਕ ਤੇ 9 ਵਜੇ ਤੱਕ ਇਹਨਾਂ ਨੇ ਹਰ ਮੋਟਰਸਾਈਕਲ ਰੋਕ ਕੇ, ਕਿਉਂਕਿ ਉਹਦੇ ਵਿੱਚ ਸਾਡੇ ਕੋਲ ਜਿਹੜੀ ਮੇਨ ਨਿਸ਼ਾਨੀ ਸੀ ਉਹ ਮੋਟਰਸਾਈਕਲ ਸੀ ਕਿ ਉਹਦੀਆਂ ਫਲਾਨੀਆਂ ਚੀਜ਼ਾਂ ਇਸ ਕਿਸਮ ਦੀਆਂ। ਇਹਨਾਂ ਨੇ ਉਹਦੇ ਨਾਲ ਮਿਲਦਾ ਜੁਲਦਾ ਇੱਕ ਮੋਟਰਸਾਈਕਲ ਰੋਕਿਆ, ਉਹਦਾ ਜਿਹੜਾ ਮੋਟਰਸਾਈਕਲ ਸਵਾਰ ਸੀ, ਫਿਰ ਉਹਨੂੰ ਇੰਟੈਰੋਗੇਟ ਕੀਤਾ। ਉਹਨੇ ਫਿਰ ਕੁਝ ਦੇਰ ਤੋਂ ਬਾਅਦ ਉਹਨੇ ਐਡਮਿਟ ਕਰ ਲਿਆ ਕਿ ਹਾਂਜੀ ਇਹ ਮੈਂ ਹਰਕਤ ਕੀਤੀ ਹੈ ਮੇਰੇ ਕੋਲ। ਫਿਰ ਅਸੀਂ ਉਹਨੂੰ ਉਸ ਤੋਂ ਬਾਅਦ ਦੁਬਾਰਾ ਉਹਨੂੰ ਇੱਕ ਚੈੱਕ ਕਰਨ ਵਾਸਤੇ, ਕਾਊਂਟਰ ਚੈੱਕ ਕਰਨ ਵਾਸਤੇ, ਕਦੀ ਡਰ ਕੇ ਵੀ ਕੋਈ ਮੁਲਜ਼ਮ ਝੂਠ ਬੋਲ ਦਿੰਦਾ, ਉਹਨੂੰ ਲੈ ਕੇ ਗਏ ਕਿ ਕਿੱਥੇ ਕੀਤੀ, ਕਿਸ ਤਰ੍ਹਾਂ ਕੀਤੀ। ਤਸੱਲੀ ਹੋ ਗਈ ਕਿ ਇਹੀ ਹੈ। ਫਿਰ ਅਸੀਂ ਉਹਨੂੰ ਪੁੱਛਿਆ ਕਿ ਉਸਨੇ ਤੋਂ ਜਿਹੜੇ ਕੱਪੜੇ ਪਾਏ ਸੀ ਉਹ ਕਿੱਥੇ ਨੇ। ਉਹਨੇ ਉਹ ਕੱਪੜੇ ਘਰੋਂ ਜਾ ਕੇ ਬਰਾਮਦ ਕਰਵਾਤੇ, ਉਹੀ ਜੈਕਟ, ਉਹੀ ਪੈਂਟ, ਸਾਰਾ ਕੁਝ ਜੋ ਉਸ ਦਿਨ ਉਹਦੇ ਕੋਲ ਸੀ। ਤੇ ਉਸ ਤੋਂ ਬਾਅਦ ਉਹਦਾ ਅਸੀਂ ਮਜ਼ੀਦ ਪਤਾ ਕੀਤਾ ਤੇ ਇਹ ਭਾਈ ਹੁਣਾਂ ਦੀ ਆਪਣੀ ਸ਼ਾਦੀशुदा ਨੇ ਤੇ ਦੋ ਬੱਚੇ ਵੀ ਨੇ। ਤੇ ਇਹ ਉੱਥੇ ਇਹਦੀ ਰਿਹਾਇਸ਼ ਸੀ 225 ਦਾ ਅੱਗੇ ਇੱਕ ਇਜ਼ਾਫੀ ਆਬਾਦੀ ਅਮਜਦਾਬਾਦ, ਤੇ ਜਿੱਥੇ ਜਾ ਰਿਹਾ ਸੀ ਉੱਥੇ ਨਵਾਬਾਂ ਵਾਲਾ ਇੱਕ ਹੈ ਜੀ ਇੱਧਰ ਹੀ ਗੁਲਸ਼ਨ ਫਰੀਕ ਤੋਂ ਥੋੜ੍ਹਾ ਅੱਗੇ, ਉੱਥੇ ਕੰਮ ਕਰਦਾ ਸੀ ਖਰਾਦਾਂ ਦਾ। ਇਹ ਘਰੋਂ ਨਿਕਲ ਕੇ ਉੱਥੇ ਜਾਂਦਾ ਸੀ। ਉਹ ਬੱਚੀ ਜਿਹੜੀ ਸੀ ਉਹ ਵਿਚਾਰੀ ਉਹ ਪੜ੍ਹਾਉਣ ਜਾਂਦੀ ਸੀ, ਟੀਚਰ ਸੀ। ਉਹ ਉਸ ਟਾਈਮ ਜਿਸ ਤਰ੍ਹਾਂ ਇਹ ਆਪਣੇ ਕੰਮ ਤੇ ਜਾ ਰਿਹਾ ਸੀ ਉਹ ਵੀ ਵਿਚਾਰੀ ਆਪਣੀ ਜੌਬ ਤੇ ਜਾ ਰਹੀ ਸੀ। ਤੇ ਇਸ ਉੱਲੂ ਦੇ ਪੱਠੇ ਨੇ ਉਹਦੇ ਨਾਲ ਇਹ ਗਲਤ ਹਰਕਤ ਕਰਕੇ ਜ਼ਿਆਦਤੀ ਕੀਤੀ। ਲੇਕਿਨ ਅਲਹਮਦੁਲਿਲਾ ਅਫਸਰਾਨ ਨੇ ਜਿੰਨਾ ਕੁ ਉੱਤੇ ਕੰਸਰਨ ਲਿਆ, ਜਿੰਨੀ ਉਹਦੇ 'ਤੇ ਪੇਨ ਲਈ, ਅੱਲਾਹ ਪਾਕ ਨੇ ਰਹਿਮਤ ਕੀਤੀ, ਅਸੀਂ ਇਹਨੂੰ ਲੱਭ ਲਿਆ। ਅੱਛਾ, ਜਿਹੜਾ ਇਹ ਮੁਲਜ਼ਮ ਹੈਗਾ ਵਾ ਇਹ ਪਹਿਲੇ ਆਦੀ ਮੁਲਜ਼ਮ ਆ, ਪਹਿਲੇ ਵੀ ਇਸ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਸੀ ਜਾਂ ਇਹ ਪਹਿਲੇ ਹੀ ਇਹਦਾ ਵਾਕਿਆ? ਨਹੀਂ, ਹਾਲੇ ਤੱਕ ਇਸ ਤਰ੍ਹਾਂ ਦਾ ਤਾਂ ਕੋਈ ਨਹੀਂ ਆਇਆ ਸਾਡੇ ਨੋਟਿਸ 'ਚ। ਜਿੰਨਾ ਕਿ ਅਸੀਂ ਇਹਨੂੰ ਇੰਟੈਰੋਗੇਟ ਕੀਤਾ, ਮਜ਼ੀਦ ਇੰਟੈਰੋਗੇਸ਼ਨ ਚੱਲ ਵੀ ਰਹੀ ਹੈ। ਤੇ ਹੋ ਸਕਦਾ ਇਹਨੇ ਪਹਿਲੇ ਵੀ ਕਦੀ ਇਸ ਤਰ੍ਹਾਂ ਕੀਤਾ ਹੋਵੇ ਤੇ ਉੱਥੇ
ਇਸ ਵਜ੍ਹਾ ਤੋਂ ਬਚ ਗਿਆ ਹੋਵੇਗਾ ਕਿਉਂਕਿ ਕੈਮਰਾ ਨਹੀਂ ਸੀ, ਇਹਦੀ ਫੁਟੇਜ ਨਹੀਂ ਬਣੀ। ਅੱਛਾ, ਇਹਦੇ ਤੇ ਕੋਈ ਹੋਰ ਵੀ ਪਰਚੇ ਹੈ ਵਾ, ਕੋਈ ਕਿਸੇ ਹੋਰ ਵਾਰਦਾਤ ਦੇ ਮਨਸ਼ਾਤ ਦੇ ਵੀ ਜਾਂ ਕੋਈ ਡਕੈਤੀਆਂ ਦੇ ਕਿਸੇ ਪਰਚੇ ਦੇ ਚ ਹੋਰ ਵੀ ਕੋਈ ਪਰਚੇ ਹੈ? ਨਹੀਂ, ਇਹ ਪ੍ਰੀਵੀਅਸਲੀ ਕ੍ਰਿਮੀਨਲ ਰਿਕਾਰਡ ਨਹੀਂ ਹੈ ਇਹਦਾ, ਯਾਨੀ ਉਹ ਅਸੀਂ ਚੈੱਕ ਕੀਤਾ ਵਾ, ਕੋਈ ਰਿਕਾਰਡ ਕੋਈ ਨਹੀਂ ਹੈ ਇਹਦਾ, ਯਾਨੀ ਰਿਪੋਰਟਡਲੀ ਕੋਈ ਕ੍ਰਾਈਮ ਨਹੀਂ। ਅਗਰ ਵੈਸੇ ਕੋਈ ਹੋਏ ਤਾਂ ਉਹਦਾ ਪਤਾ ਕੋਈ ਨਹੀਂ। ਫਿਲਹਾਲ ਕਾਗਜ਼ੀ ਤੌਰ ਤੇ ਉਹਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ। ਜੀ ਬਿਲ, ਬਹੁਤ ਸ਼ੁਕਰੀਆ ਮਗਫੂਰ ਭਾਈ। ਲੋ ਤੁਸੀਂ ਵੇਖਿਆ ਕਿ ਫੈਸਲਾਬਾਦ ਦੇ ਵਿੱਚ ਰਾਹ ਜਾਂਦੀ ਕੁੜੀ ਨੂੰ ਜਿਸ ਤਰ੍ਹਾਂ ਇਹਨੇ ਗਲਤ ਹਰਕਤ ਕੀਤੀ ਸੀ, ਉਹਨੂੰ ਛੇੜਿਆ ਸੀ, ਉਸ ਤੋਂ ਬਾਅਦ ਹੁਣ ਨੱਸ ਗਿਆ ਸੀ। ਪੁਲਿਸ ਵਾਸਤੇ ਬੜਾ ਵੱਡਾ ਇਹ ਚੈਲੰਜ ਸੀਗਾ। ਫਿਰ ਟੀਮਾਂ ਤਸ਼ਕੀਲੀ ਦਿੱਤੀਆਂ ਗਈਆਂ। ਰਾਣਾ ਮਗਫੂਰ ਐਸਐਚਓ ਉਹਨਾਂ ਨੇ ਬੜੀ ਆਪਣੀ ਟੀਮ ਦਾ ਮਿਹਨਤ ਕਰਕੇ ਕਿ ਜਨਾਬ ਇਹ ਜਿਹੜਾ ਮੁਲਜ਼ਮ ਸੀਗਾ ਜਿਹਨੇ ਇਹ ਗਲਤ ਹਰਕਤ ਕੀਤੀ ਸੀ ਉਹਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਕੈਫੇ ਕਰਦਾਰ ਤੱਕ ਤੇ ਜਲਦੀ ਪਹੁੰਚੇਗਾ, ਲੇਕਿਨ ਥਾਣਾ ਫੈਕਟਰੀ ਏਰੀਆ ਦੀ ਜਿਹੜੀ ਟੀਮ ਸੀ ਨਾ, ਇਹਨਾਂ ਨੇ ਬੜੀ ਤਗੜੀ ਕਾਰਵਾਈ ਕੀਤੀ ਜਿਹਦੇ ਵਿੱਚ ਪੂਰੀ ਟੀਮ ਸ਼ਾਮਲ ਹੈ ਔਰ ਉਹਨਾਂ ਨੇ ਉਸ ਮੁਲਜ਼ਮ ਤੱਕ ਪਹੁੰਚੇ, ਉੱਥੋਂ ਫੜ ਕੇ ਲਿਆਂਦਾ ਜਿਹੜਾ ਕਿ ਬਿਲਕੁਲ ਪਤਾ ਹੀ ਨਹੀਂ ਸੀ ਇਹਦਾ ਇਲਾਕਾ ਕਿਹੜਾ ਸੀ, ਕਿੱਥੋਂ ਇਹ ਫੜਿਆ ਜਾਏਗਾ, ਲੇਕਿਨ ਫਿਰ ਵੀ ਇਹਨਾਂ ਨੇ ਮੁਲਜ਼ਮ ਨੂੰ ਟ੍ਰੇਸ ਕਰ ਲਿਆ ਜਿਹਨੇ ਇੱਕ ਰਾਹ ਜਾਂਦੀ ਕੁੜੀ ਨੂੰ ਛੇੜਿਆ ਸੀ।